ਸਾਹਿਬ ਜੀਓ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਕੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਗੁਰੂ ਕਿਰਪਾ ਰਹਿਮਤ ਸਦਕਾ ਜਪ ਬਾਣੀ ਦੀ ਵਿਚਾਰ ਜੋ ਲੜੀਵਾਰ ਚੱਲ ਰਹੀ ਹੈ, ਜਿਸ ਵਿੱਚੋਂ ਆਪ ਜੀ ਨੇ 12ਵੀਂ ਪੌੜੀ ਦੇ ਪਾਠ ਨੂੰ ਸ਼ਰਵਣ ਕੀਤਾ ਹੈ, ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਨੰਬਰ 8 ਤੋਂ ਲੈ ਕਰਕੇ ਪੌੜੀ ਨੰਬਰ 11 ਤੱਕ ਆਪਾਂ ਸੁਣੀਏ ਦੀਆਂ ਪੌੜੀਆਂ ਦੀ ਵਿਚਾਰ ਕੀਤੀ ਹੈ। ਇਸ ਬਾਣੀ ਦਾ ਬੇਸ ਹੈ ਵੀ ਸਚਿਆਰ ਹੋਣਾ, ਵੀ ਸਿੱਖ ਨੇ ਗੁਰੂ ਦੀ ਗੱਲ ਨੂੰ ਸੁਣ ਕੇ ਸਮਝ ਕੇ ਮੰਨ ਕੇ ਸਚਿਆਰਾ ਬਣਨਾ। ਹੁਣ ਸੁਣਨ ਦੀਆਂ ਪੌੜੀਆਂ ਆਪਾਂ ਨੇ ਵਿਚਾਰ ਲਈਆਂ ਹਨ। ਸੁਣਨ ਤੋਂ ਭਾਵ ਹੈ ਸਮਝ ਹਾਸਲ ਕਰਨੀ। ਸੁਣਨ ਦੀ ਅਹਿਮੀਅਤ ਉਦੋਂ ਮਨੁੱਖ ਦੇ ਅੰਦਰ ਕਾਇਮ ਹੁੰਦੀ ਹੈ, ਜਾਂ ਸੁਣਨ ਦੀ ਅਹਿਮੀਅਤ ਉਦੋਂ ਮੰਨੀ ਜਾਂਦੀ ਹੈ ਜਦੋਂ ਸੁਣ ਕੇ ਕੋਈ ਸਮਝ ਲਵੇ। ਜੇ ਸਮਝ ਹਾਸਲ ਨਹੀਂ ਕੀਤੀ, ਕੇਵਲ ਸੁਣਿਆ ਵਾ, ਤੇ ਫਿਰ ਸੁਣਨ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਜ਼ਿੰਦਗੀ ਦੇ ਵਿੱਚ। ਫਿਰ ਤੇ ਇਸ ਕੰਨ ਤੋਂ ਇਨਸਾਨ ਸੁਣਦਾ ਵਾ ਤੇ ਦੂਸਰੇ ਕੰਨ ਥਾਣੀ ਨਿਕਲ ਜਾਂਦਾ ਹੈ ਸੁਣਿਆ ਹੋਇਆ। ਸੁਣਨ ਤੋਂ ਭਾਵ ਹੈ ਕਿ ਸਮਝਣਾ, ਸਮਝ ਹਾਸਲ ਕਰਨਾ। ਫਿਰ ਨੜਾ ਸਮਝ ਵੀ ਮਨੁੱਖ ਦਾ ਓਨਾ ਚਿਰ ਨਹੀਂ ਕੁਝ ਸਵਾਰ ਸਕਦਾ ਜਾਂ ਸਵਾਰ ਸਕਦੀ ਜਿੰਨਾ ਚਿਰ ਸਮਝ ਕੇ ਮਨੁੱਖ ਮੰਨਣ ਵਿੱਚ ਨਹੀਂ ਲਿਆਉਂਦਾ। ਹੁਣ ਅਗਲੀਆਂ ਜਿਹੜੀਆਂ ਪੌੜੀਆਂ ਨੇ ਇਹ ਮੰਨਣ ਦੀਆਂ ਹਨ। ਵੀ ਇਹਨਾਂ 4 ਪੌੜੀਆਂ ਦੇ ਵਿੱਚ ਅਖੀਰਲੀਆਂ ਪੰਕਤੀਆਂ ਜਿਹੜੀਆਂ ਹਨ ਉਹ ਇੱਕੋ ਮਜ਼ਮੂਨ ਦੇ ਵਿੱਚ ਉਚਾਰਨ ਕੀਤੀਆਂ ਗਈਆਂ ਹਨ ਕਿ ਜਿਵੇਂ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਹ ਵਾਰ-ਵਾਰ ਇਹ 4 ਪੌੜੀਆਂ ਦੇ ਵਿੱਚ 2 ਪੰਕਤੀਆਂ ਆਈਆਂ ਹਨ। ਪਹਿਲਾਂ ਸੁਣਨ ਦੀਆਂ, ਫਿਰ ਮੰਨਣ ਦੀਆਂ ਇਹ 4 ਪੌੜੀਆਂ ਨੇ। ਸੁਣ ਕੇ ਸਮਝ ਕੇ ਮੰਨਣ ਦੇ ਵਿੱਚ ਲੈ ਕੇ ਆਉਣਾ ਵਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਸੁਣ ਲਿਆ ਤੇ ਮੰਨਣ ਵਿੱਚ ਨਾ ਲਿਆਂਦਾ ਤੇ ਗੱਲ ਨਹੀਂ ਬਣਨੀ। ਬੜਾ ਪਿਆਰਾ ਬਚਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇਂ ਹਰ ਹਰ ਊਤਮ ਬਾਣੀ। ਸਿੱਖ ਸੇਵਕ ਗੁਰੂ ਦੇ ਦਰ ਤੇ ਆਉਂਦੇ ਆ, ਗੁਰੂ ਕੀ ਬਾਣੀ ਨੂੰ ਪੜ੍ਹਦੇ ਆ, ਸੁਣਦੇ ਆ, ਗਾਉਂਦੇ ਆ। ਪਰ ਕਹਿੰਦੇ ਨੇ ਪੜ੍ਹਨ ਸੁਣਨ ਗਾਣ ਦਾ ਤਾਂ ਲਾਭ ਹੋਵੇਗਾ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਵੈ, ਜਿਨ ਸਤਿਗੁਰ ਕੀ ਆਗਿਆ
ਸਤ ਸਤ ਕਰਮਾਨੀ, ਵੀ ਉਹਨਾਂ ਦਾ ਗਾਵਿਆ, ਉਹਨਾਂ ਦਾ ਸੁਣਿਆ ਹੋਇਆ, ਉਹਨਾਂ ਦਾ ਪੜ੍ਹਿਆ ਹੋਇਆ ਤਾਂ ਥਾਂ ਪੈਣਾ ਵਾ ਜਦੋਂ ਉਹਨਾਂ ਨੇ ਜੋ ਆਗਿਆ ਹੈ ਉਹਦੇ ਵਿੱਚੋਂ ਜੋ ਸੰਦੇਸ਼ ਹੈ, ਜੋ ਸਿੱਖਿਆ ਹੈ, ਉਹਨੂੰ ਮੰਨ ਲਿਆ, ਉਹਨੂੰ ਮੰਨਣ ਵਿੱਚ ਲੈ ਆਉਂਦਾ। ਨਹੀਂ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਰਾਗ ਦੇ ਰਾਹੀਂ ਗਾ ਰਿਹਾ ਵਾ, ਕੋਈ ਚਰਚਾ ਵਿਚਾਰ ਦੇ ਰਾਹੀਂ ਉਹਨੂੰ ਗਾ ਰਿਹਾ ਵਾ, ਕੋਈ ਕਥਾ ਰਾਹੀਂ ਉਹਨੂੰ ਪੜ੍ਹ ਰਿਹਾ ਵਾ, ਪਰ ਕਹਿੰਦੇ ਨੇ ਜੇ ਅੰਦਰ ਕਪਟ ਤੇ ਵਿਕਾਰ ਨੇ ਤੇ ਇਹ ਗਾਣਾ, ਇਹ ਚਰਚਾ ਕਰਨੀ, ਇਹ ਵਿਚਾਰ ਕਰਨੀ ਰੋਣ ਧੋਣ ਦੇ ਬਰਾਬਰ ਆ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ ਜਨ ਅੰਤਰ ਕਪਟ ਵਿਕਾਰ ਹੈ ਤਿਸ ਰੋਏ ਕਿਆ ਕੀਜੈ। ਰੋਣਾ ਹੀ ਹੈ ਜੀ। ਕਿਉਂ? ਕਿਉਂਕਿ ਸੁਣਿਆ ਤੇ ਹੈ, ਪੜ੍ਹਿਆ ਤੇ ਹੈ, ਪਰ ਸੁਣ ਕੇ ਉਹਨੂੰ ਮੰਨਣ ਵਿੱਚ ਨਹੀਂ ਲੈ ਕੇ ਆਉਂਦਾ। ਤਾਂ ਹੀ ਤੇ ਅੰਦਰ ਕਪਟ ਖੜੇ ਹੋਏ ਆ, ਤਾਂ ਤੇ ਅੰਦਰ ਵਿਕਾਰ ਖੜੇ ਹੋਏ ਆ। ਅੰਦਰੋਂ ਵਿਕਾਰਾਂ ਦਾ ਕੜ ਨਹੀਂ ਟੁੱਟਿਆ, ਕਪਟ ਅੰਦਰੋਂ ਨਹੀਂ ਖਤਮ ਹੋਏ। ਇਹਦਾ ਮਤਲਬ ਗਾਇਆ ਹੈ, ਸੁਣਿਆ ਹੈ, ਪੜ੍ਹਿਆ ਹੈ, ਵਿਚਾਰਿਆ ਹੈ, ਪਰ ਉਹਨੂੰ ਮੰਨਣ ਦੇ ਵਿੱਚ ਨਹੀਂ ਲੈ ਕੇ ਆਉਂਦਾ। ਜੇ ਮੰਨਣ ਵਿੱਚ ਲੈ ਕੇ ਆ ਜਾਂਦਾ ਇਨਸਾਨ ਜਗਿਆਸੂ, ਤੇ ਉਹਦੇ ਅੰਦਰੋਂ ਕਪਟ ਮਿਟ ਜਾਣੇ ਸਨ, ਵਿਕਾਰ ਮਿਟ ਜਾਣੇ ਸਨ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਨ ਵਿੱਚ ਤਬਦੀਲੀ ਜਿਹੜੀ ਹੈ ਉਹ ਮੰਨਣ ਕਰਕੇ ਆਉਣੀ ਹੈ। ਤੇ ਇਹ ਮੰਨਣ ਦੀਆਂ ਆਪਾਂ 4 ਪੌੜੀਆਂ ਦੀ ਵਿਆਖਿਆ ਵਾਰੀ-ਵਾਰੀ ਦੇ ਨਾਲ ਕਰਨੀ ਹੈ। ਜੇ 12ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਤੇ ਇਸ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਤੋਂ ਆਪਾਂ ਵਿਚਾਰ ਸ਼ੁਰੂ ਕਰਨੀ ਆ, ਕਿਉਂਕਿ ਅਖੀਰਲੇ ਜਿਹੜੇ ਬੰਦ ਨੇ ਉਹ ਮੰਨ ਲਓ ਇਹਨਾਂ ਪੌੜੀਆਂ ਦੇ ਬੇਸ ਹਨ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਹੁਣ ਵੇਖੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਸ ਪਰਮਾਤਮਾ ਦਾ ਨਾਮ ਕਾਲਖ ਤੋਂ ਰਹਿਤ ਹੈ, ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਅੰਜਨ ਦਾ ਅਰਥ ਹੁੰਦਾ ਹੈ ਕਾਲਖ, ਤੇ ਨਿਰੰਜਨ, ਨੀ ਸ਼ਬਦ ਅੱਗੇ ਜੁੜ ਗਿਆ ਵਾ ਵੀ ਕਾਲਖ ਤੋਂ ਰਹਿਤ, ਕਿ ਉਸ ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇ ਜੇ ਮਨ ਵਿੱਚ ਉਹਦਾ ਨਾਮ ਟਿਕ ਜਾਏ, ਜੇ ਕੋਈ ਇਸ ਨਾਮ ਨੂੰ ਕਬੂਲ ਕਰ ਲਵੇ, ਮੰਨਣ ਵਿੱਚ ਲੈ ਆਵੇ, ਤੇ ਕਹਿੰਦੇ ਨੇ ਉਹ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੋ ਸਕਦਾ ਹੈ, ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਉਹਦਾ ਹੋ ਸਕਦਾ ਹੈ। ਹੁਣ ਮਾਇਆ ਕੀ ਹੈ? ਆਪ ਜੀ ਸਾਰੇ ਜਾਣਦੇ ਹੋ, ਧਨ ਦੌਲਤ ਪਦਾਰਥਾਂ ਦਾ ਨਾਮ ਹੀ ਕੇਵਲ ਮਾਇਆ ਨਹੀਂ। ਸੰਸਾਰ ਦੀ ਹਰ ਇੱਕ ਉਹ ਸ਼ੈ, ਹਰ ਇੱਕ ਉਹ ਚੀਜ਼ ਜਿਹਦੇ ਵਿੱਚ ਮਨੁੱਖ ਖਚਤ ਹੋ ਕੇ ਸੱਚ ਨਾਲੋਂ ਟੁੱਟਦਾ ਹੈ, ਰੱਬ ਜੀ ਦੇ ਨਾਲੋਂ ਸਾਂਝ ਟੁੱਟ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬੜੇ ਪਿਆਰੇ ਬੋਲ ਨੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਵੀ ਮਾਇਆ ਉਹ ਚੀਜ਼ ਹੈ ਜਿਹਦੇ ਵਿੱਚ ਖਚਤ ਹੋ ਕੇ ਮਨੁੱਖ ਸੱਚ ਨਾਲੋਂ ਆਪਣੀ ਜ਼ਿੰਦਗੀ ਦਾ ਨਾਤਾ ਤੋੜ ਲੈਂਦਾ ਹੈ, ਮਨੁੱਖ ਰੱਬ ਜੀ ਦੇ ਨਾਲੋਂ ਟੁੱਟ ਜਾਂਦਾ ਹੈ। ਤੇ ਉਹ ਧਨ ਵੀ ਹੋ ਸਕਦਾ ਹੈ, ਜ਼ਮੀਨ ਵੀ ਹੋ ਸਕਦੀ ਹੈ, ਪਦਵੀ ਵੀ ਹੋ ਸਕਦੀ ਹੈ, ਉਹ ਪੁੱਤਰ ਧੀਆਂ, ਪਰਿਵਾਰ, ਰਿਸ਼ਤੇਦਾਰ, ਸੱਜਣ ਮਿੱਤਰ, ਇਹ ਵੀ ਹੋ ਸਕਦੇ ਨੇ। ਹਰ ਇੱਕ ਉਹ ਸ਼ੈ ਜਿਹਦੇ ਵਿੱਚ ਖਚਤ ਹੋ ਕੇ ਮਨੁੱਖ ਸੱਚ ਨਾਲੋਂ ਜ਼ਿੰਦਗੀ ਦਾ ਨਾਤਾ ਤੋੜ ਲੈਂਦਾ, ਰੱਬੀ ਗੁਣਾਂ ਨਾਲੋਂ ਸਾਂਝ ਟੁੱਟ ਜਾਂਦੀ ਹੈ। ਸਬਰ ਨਹੀਂ ਰਹਿੰਦਾ, ਸੰਤੋਖ ਨਹੀਂ ਰਹਿੰਦਾ, ਦਇਆ ਨਹੀਂ ਰਹਿੰਦੀ, ਸੱਚ ਨਹੀਂ ਉਹਦੇ ਜੀਵਨ ਵਿੱਚ ਰਹਿੰਦਾ, ਉਹ ਮਾਇਆ ਹੈ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਵਲਾਗੀ ਤਿੰਨੀ ਵਿੱਚ ਮਾਇਆ ਪਾਇਆ। ਵੀ ਜਿਨ੍ਹਾਂ ਦੀ ਗੁਰੂ ਦੀ ਕਿਰਪਾ ਦੁਆਰਾ ਪ੍ਰਭੂ ਦੇ ਨਾਮ ਦੇ ਵਿੱਚ ਲਿਵ ਜੁੜ ਜਾਂਦੀ ਆ, ਭਾਵ ਜਿਨ੍ਹਾਂ ਨੇ ਗੁਰੂ ਦੇ ਸ਼ਬਦ, ਗੁਰੂ ਦੀ ਸਿੱਖਿਆ ਨੂੰ ਮੰਨ ਕੇ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ, ਉਹ ਮਾਇਆ ਵਿੱਚ ਰਹਿ ਕਰਕੇ ਉਸ ਪਰਮਾਤਮਾ ਨੂੰ ਪਾ ਲੈਂਦੇ ਆ। ਧਨ ਦੀ ਵਰਤੋਂ ਕਰਦੇ ਆ, ਪਰਿਵਾਰ ਦੀਆਂ ਲੋੜਾਂ, ਜ਼ਿੰਮੇਵਾਰੀਆਂ ਨਿਭਾਉਂਦੇ ਆ, ਸੰਸਾਰ ਵਿੱਚ ਰਹਿ ਕੇ ਪਦਵੀਆਂ ਦੀ ਵਰਤੋਂ ਕਰਕੇ ਉਸ ਮਾਲਕ ਨੂੰ ਆਪਣੇ ਅੰਦਰ ਵਸਾ ਕੇ ਸੁਚੱਜੀ ਜ਼ਿੰਦਗੀ ਜਿਉਂਦੇ ਆ। ਸੱਚ ਨਾਲੋਂ ਟੁੱਟਣ ਨਹੀਂ ਦਿੰਦੇ ਆਪਣੇ ਆਪ ਨੂੰ, ਕਿਉਂਕਿ ਗੁਰੂ ਦੀ ਮੱਤ ਲੈ ਕੇ ਉਹ ਵਿਚਰਦੇ ਪਏ ਨੇ। ਮਾਇਆ ਉਹਨਾਂ ਦਾ ਕੁਝ ਨਾ ਵਿਗਾੜ ਸਕੀ, ਮਾਇਆ ਉਹਨਾਂ ਨੂੰ ਸੱਚ ਨਾਲੋਂ ਨਾ ਤੋੜ ਸਕੀ ਜਿਨ੍ਹਾਂ ਦੇ ਜੀਵਨ ਦੀ ਅਗਵਾਈ ਗੁਰੂ ਕਾ ਸ਼ਬਦ ਕਰ ਰਿਹਾ ਵਾ, ਜਿਹੜੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਏ। ਹੁਣ ਇਹਨਾਂ ਪੌੜੀਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ
ਜਾਣੈ ਮਨ ਕੋਇ। ਹੁਣ ਜਿਹੜਾ ਪਹਿਲਾ ਮਨ ਸ਼ਬਦ ਆਇਆ ਨਾ, ਇਹਦੇ ਉੱਤੇ ਟਿੱਪੀ ਲੱਗੀ ਹੋਈ ਆ। ਇਹਦਾ ਅਰਥ ਹੈ ਕਿ ਮਨ ਵਿੱਚ ਜੇ ਕੋਈ ਗੁਰੂ ਦੇ ਸ਼ਬਦ ਨੂੰ ਵਸਾ ਲਵੇ, ਮਨ ਵਿੱਚ ਜੇ ਕੋਈ ਗੁਰੂ ਦੀ ਸਿੱਖਿਆ ਨੂੰ, ਨਾਮ ਨੂੰ ਟਿਕਾ ਲਵੇ, ਤੇ ਉਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਉਹ ਮਾਇਆ ਵਿੱਚ ਰਹਿ ਕੇ, ਕਾਲਖ ਵਿੱਚ ਰਹਿ ਕੇ ਉਹ ਨਿਰੰਜਨ ਨੂੰ, ਮਾਲਕ ਨੂੰ ਪਾ ਸਕਦਾ ਵਾ, ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ। ਹੁਣ ਗੁਰੂ ਜੀ ਕਹਿੰਦੇ ਸ਼ਰਤ ਇਹ ਹੈ ਕਿ ਮਨ ਦੇ ਵਿੱਚ ਉਹ ਵਸਾ ਲਵੇ, ਮਨ ਦੇ ਵਿੱਚ ਉਹ ਟਿਕਾ ਲਵੇ। ਹੁਣ ਤਨ ਕਰਕੇ ਤੇ ਲਗਭਗ ਸਾਰਾ ਸਿੱਖ ਜਗਤ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਦਾ ਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰਾਂ ਕਰਦਾ ਵਾ। ਪਰ ਜੀਵਨ ਤੇ ਸਫਲ ਉਦੋਂ ਹੋਣਾ ਵਾ ਨਾ, ਮਾਇਆ ਦੀ ਪਕੜ, ਵਿਕਾਰਾਂ ਦੀ ਜਿਹੜੇ ਬੰਧਨ ਹਨ ਉਹ ਉਦੋਂ ਕੱਟੇ ਜਾਣੇ ਆ ਨਾ, ਜਦੋਂ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਕੋਈ ਸਮਰਪਿਤ ਹੋਵੇਗਾ। ਨਹੀਂ ਤੇ ਕੇਵਲ ਤਨ ਦਾ ਝੁਕਣਾ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੇਗਾ ਜੇ ਮਨ ਵਿੱਚ ਗੁਰੂ ਨੂੰ ਧਾਰਨ ਨਹੀਂ ਕੀਤਾ। ਆਪਾਂ ਪੜ੍ਹਦੇ ਹਾਂ ਨਾ ਗੁਰੂ ਪਾਤਸ਼ਾਹ ਜੀ ਦਾ ਕਿ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸ਼ੀਸ਼ ਨਿਵਾਈਏ ਕਿਆ ਥੀਆ ਜਾ ਹਿਰਦੇ ਕਸੁੱਧੇ ਜਾਹੇ। ਅਪਰਾਧੀ ਬੰਦਾ ਦੂਣਾ ਚੌਣਾ ਨਿਭਦਾ ਵਾ। ਕਿਸੇ ਨੇ ਸ਼ਿਕਾਰ ਕਰਨਾ ਵਾ ਹਿਰਨ ਦਾ, ਉਹ ਅੱਧਾ ਕਿੱਲਾ ਕਈ ਕਦਮ ਜਿਹੜੇ ਹੈ ਉਣ ਕੇ ਜਾਏਗਾ, ਝੁਕ ਕੇ ਜਾਏਗਾ। ਉਹਦਾ ਝੁਕਣਾ ਕੋਈ ਪਰੋਪਕਾਰ ਵਾਲਾ ਕੰਮ ਨਹੀਂ ਉੱਥੇ ਕਰ ਰਿਹਾ। ਉਹਦਾ ਝੁਕਣਾ ਵੀ ਕਦੋਂ ਮੈਂ ਹਿਰਨ ਦੇ ਨੇੜੇ ਪਹੁੰਚਾ ਤੇ ਕਦੋਂ ਤੀਰ ਮਾਰ ਕੇ ਜਾਂ ਮੇਰੇ ਕੋਲ ਜੋ ਹਥਿਆਰ ਹੈ ਉਹਦੇ ਨਾਲ ਉਹਨੂੰ ਫੁੰਡਦੇ ਆ, ਉਹਨੂੰ ਖਤਮ ਕਰਦੇ ਆ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕੇਵਲ ਤਨ ਦਾ ਝੁਕਾਅ ਮਨੁੱਖ ਨੂੰ ਰੱਬ ਦੇ ਨੇੜੇ ਨਹੀਂ ਲਿਆ ਸਕੇਗਾ, ਮਨੁੱਖ ਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੇਗਾ, ਜਿੰਨਾ ਚਿਰ ਮਨੁੱਖ ਆਪਣੇ ਮਨ ਵਿੱਚ ਜਿਸ ਗੁਰੂ ਦੇ ਅੱਗੇ ਝੁਕ ਰਿਹਾ ਵਾ ਉਹਦੀ ਗੱਲ ਨੂੰ, ਉਹਦੇ ਸੰਦੇਸ਼ ਨੂੰ, ਉਹਦੇ ਬਚਨਾਂ ਨੂੰ ਮਨ ਵਿੱਚ ਨਹੀਂ ਟਿਕਾ ਲਿਆ। ਸਾਡੀ ਤੇ ਹਾਲਤ ਇਹੋ ਜਿਹੀ ਹੈ ਵੀ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਕਾਏ ਨਾ ਥਾਹੀ ਪਾਏ। ਵੀ ਅਸੀਂ ਸਲਾਮ ਵੀ ਕਰਦੇ ਹਾਂ ਗੁਰੂ ਮਹਾਰਾਜ ਜੀ ਨੂੰ ਤੇ ਜਵਾਬ ਵੀ ਦੇ ਦਿੰਦੇ ਹਾਂ। ਜਵਾਬ ਦੇਣ ਦਾ ਭਾਵ ਕੀ ਹੈ? ਹੁਕਮ ਨਹੀਂ ਮੰਨਦੇ। ਹੁਣ ਕਈ ਵਾਰੀ ਐਸਾ ਵੀ ਹੁੰਦਾ ਵਾ ਵੀ ਬਾਪ ਨੇ ਆਪਣੇ ਬੱਚੇ ਨੂੰ ਕੋਈ ਕੰਮ ਕਰਨ ਵਾਸਤੇ ਕਿਹਾ, ਬੱਚਾ ਚੁੱਪ ਕੀਤਾ ਰਿਹਾ, ਉਹ ਕੰਮ ਕਰਨ ਵਾਸਤੇ ਨਾ ਤੁਰਿਆ, ਇਹ ਉਹਦਾ ਜਵਾਬ ਸਮਝ ਲਓ। ਇੱਕ ਤੇ ਮੂੰਹ ਨਾਲ ਜਵਾਬ ਦੇਣਾ, ਪਿਤਾ ਜੀ ਮੈਂ ਇਹ ਕੰਮ ਨਹੀਂ ਕਰਨਾ। ਇੱਕ ਚੁੱਪ ਕਰਕੇ ਬੈਠੇ ਰਹਿਣਾ, ਉਸ ਪਿਤਾ ਦੀ ਕਹੀ ਹੋਈ ਗੱਲ ਨੂੰ ਅਣਸੁਣਿਆ ਕਰਕੇ, ਅਣਗੌਲਿਆਂ ਕਰਕੇ ਉਹਦੇ ਉੱਤੇ ਪਹਿਰਾ ਨਾ ਦੇਣਾ, ਇਹ ਵੀ ਜਵਾਬ ਹੀ ਦੇਣਾ ਹੁੰਦਾ ਵਾ। ਇੱਕ ਤੇ ਮੂੰਹ ਜਵਾਬ ਦੇਣਾ, ਪਿਤਾ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ। ਇੱਕ ਹੁੰਦਾ ਵਾ ਚੁੱਪ ਕਰਕੇ ਬੈਠੇ ਰਹਿਣਾ। ਹੁਣ ਜਿਵੇਂ ਗੁਰਮਤਿ ਦੀਆਂ ਗੱਲਾਂ ਦ੍ਰਿੜ ਕਰਵਾਈਆਂ ਜਾਂਦੀਆਂ ਵਾ, ਗੁਰੂ ਦੀ ਸਿੱਖਿਆ ਦ੍ਰਿੜ ਕਰਵਾਈ ਜਾਂਦੀ ਆ ਵੀ ਸੱਚ ਨੂੰ ਅਪਣਾਉਣਾ ਚਾਹੀਦਾ ਵਾ, ਸਬਰ ਸੰਤੋਖ ਨੂੰ ਜ਼ਿੰਦਗੀ ਵਿੱਚ ਵਰਤਣਾ ਚਾਹੀਦਾ ਵਾ, ਹਉਮੈ ਹੰਕਾਰ ਨੂੰ ਤਿਆਗਣਾ ਚਾਹੀਦਾ ਵਾ, ਨਿਮਰਤਾ ਲੈ ਕੇ ਆਉਣੀ ਚਾਹੀਦੀ ਆ, ਮਿੱਠੀ ਬੋਲੀ, ਇਹ ਮਿੱਠੇ ਬਚਨ ਬੋਲਣੇ ਚਾਹੀਦੇ ਆ। ਹੁਣ ਸਿੱਖ ਚੁੱਪ ਕਰਕੇ ਸੁਣ ਰਿਹਾ ਵਾ, ਜਵਾਬ ਨਹੀਂ ਅੱਗੋਂ ਦੇ ਰਿਹਾ, ਪਰ ਵਰਤੋਂ ਵਿੱਚ ਵੀ ਨਹੀਂ ਲਿਆ ਰਿਹਾ। ਇਹਨੂੰ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਵੀ ਇਹ ਤੇਰਾ ਸਲਾਮ ਕਰਨਾ ਤੇ ਜਵਾਬ ਦੇਣਾ ਇਹ ਕਿਸੇ ਅਰਥ ਵਿੱਚ ਨਹੀਂ ਹੈ। ਗੁਰੂ ਕੇ ਐਸੇ ਬਚਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਬੜੀ ਉੱਚੀ ਸੁੱਚੀ ਅਵਸਥਾ ਦਾ ਮਾਲਕ ਬਣਾ ਸਕਦੇ ਆ, ਜੇ ਮਨੁੱਖ ਮਨ ਦੇ ਵਿੱਚ ਇਹਨਾਂ ਬਚਨਾਂ ਨੂੰ ਧਾਰਨ ਕਰ ਲੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਸਰੀਰ ਤੇ ਤੇਰਾ ਨਾਸ਼ ਹੋਣਾ ਵਾ, ਜੇ ਤੂੰ ਮਨ ਵਿੱਚ ਗੁਰੂ ਦੇ ਬਚਨ ਧਾਰਨ ਕਰ ਲਵੇਂਗਾ, ਤੇਰੇ ਮਨ ਦੇ ਵਚਨ ਟਿਕੇ ਹੋਏ ਗੁਰੂ ਕੇ ਬਚਨ, ਇਸ ਤਨ ਦੁਆਰਾ ਕੀਤੇ ਹੋਏ ਕਰਮ ਜੋ ਮਨ ਵਿੱਚ ਟਿਕਿਆ ਹੈ, ਮਨ ਦੇ ਵਿੱਚ ਜੋ ਉਪਦੇਸ਼ ਹੈ, ਜੋ ਉਹ ਤਨ ਦੇ ਨਾਲ ਉਹਨਾਂ ਦੇ ਆਖੇ ਲਾ ਕੇ ਤੂੰ ਕਰਮ ਕਰੇਗਾ, ਤਨ ਨੇ ਤੇ ਇੱਕ ਦਿਨ ਨਾਸ਼ ਹੋਣਾ ਵਾ, ਪਰ ਤੇਰੇ ਕੀਤੇ ਹੋਏ ਕਰਮ ਸੰਸਾਰ ਦੇ ਵਿੱਚ ਕਾਇਮ ਰਹਿ ਜਾਣੇ ਆ, ਸੰਸਾਰ ਵਿੱਚ ਯਾਦ ਬਣ ਕੇ ਰਹਿ ਜਾਣੇ ਆ। ਹੁਣ ਵੇਖੋ ਬਾਬਾ ਕਬੀਰ ਸਾਹਿਬ ਜੀ ਦਾ ਤਨ ਹੈ, ਤੇ ਬਾਬਾ ਕਬੀਰ ਸਾਹਿਬ ਜੀ ਖੁਦ ਕਹਿੰਦੇ ਆ ਵੀ ਤਨ ਤੇ ਭਈ ਇੱਕ ਰੱਬ ਦੇ ਪਿਆਰੇ ਦਾ ਵੀ ਮਿਟ ਜਾਣਾ ਵਾ, ਇੱਕ ਸਾਖਤ ਬੰਦੇ ਦਾ ਵੀ ਮਿਟ ਜਾਣਾ। ਬੜਾ ਪਿਆਰਾ ਬਚਨ ਹੈ, ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਓ ਬਹੌਰ, ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਵੀ ਇਹ ਤਨ ਤੇ ਇੱਕ ਦਿਨ ਨਾਸ਼ ਹੋਣਾ ਵਾ, ਨਾਂਗੇ ਪਾਵੋਂ ਤੇ ਗਏ। ਨੰਗੇ ਪਾਉ ਹਰ ਇੱਕ ਬੰਦਾ ਨੰਗਾ ਜਾਂਦਾ ਵਾ ਜੀ,
ਇਹ ਥੋੜੀ ਵੀ ਜਿਨਕੇ ਲੱਖ ਕਰੋੜ, ਜਿਨ੍ਹਾਂ ਦੇ ਕੋਲ ਲੱਖ ਕਰੋੜ ਹੈ ਉਹਨਾਂ ਦਾ ਹੀ ਤਨ ਨੰਗਾ ਜਾਣਾ ਨਾ, ਨੰਗੇ ਪਾਉ ਤੇ ਹਰ ਇੱਕ ਬੰਦੇ ਨੇ ਜਾਣਾ ਵਾ। ਇਹ ਖਾਸ ਕਰਕੇ ਲੱਖ ਕਰੋੜ ਦੀ ਗੱਲ ਤਾਂ ਕੀਤੀ ਵੀ ਜਿਹੜੇ ਪੈਸੇ ਨੂੰ ਜੱਫਾ ਮਾਰਦੇ ਰਹੇ, ਧਨ ਦੌਲਤ ਜਿਨ੍ਹਾਂ ਦੇ ਕੋਲ ਬਹੁਤ ਸੀ, ਆਪਣਾ ਮਰਨ, ਆਪਣੀ ਇਹ ਮੌਤ ਨੂੰ ਭੁਲਾ ਕਰਕੇ ਇਹਨਾਂ ਚੀਜ਼ਾਂ ਵਿੱਚ ਖਚਤ ਰਹੇ, ਆਪਣੇ ਜੀਵਨ ਮਨੋਰਥ ਨੂੰ ਨਾ ਉਹ ਚੇਤੇ ਕਰਕੇ ਕੋਈ ਸੁਚੱਜਾ ਜੀਵਨ, ਪਰਉਪਕਾਰੀ ਜੀਵਨ ਨਾ ਜਿਉ ਸਕੇ, ਉਹਨਾਂ ਦੀ ਗੱਲ ਬਾਬਾ ਕਬੀਰ ਸਾਹਿਬ ਦੀ ਕਰਨ। ਨੰਗੇ ਤੇ ਗਰੀਬ ਨੇ ਵੀ ਜਾਣਾ ਵਾ, ਨੰਗੇ ਤੇ ਅਮੀਰ ਨੇ ਵੀ ਜਾਣਾ ਵਾ। ਕੋਈ ਮੁਰਦਾ ਜੁੱਤੀ ਪਾ ਕੇ ਜਾਂਦਾ, ਜੇ ਪਵਾ ਵੀ ਦਿਓਗੇ ਤੇ ਪਾਏ ਹੋਏ ਕੱਪੜੇ ਸੜ ਜਾਂਦੇ, ਉੱਥੇ ਜੁੱਤੀ ਵੀ ਸੜ ਜਾਣੀ ਨਾਲੇ। ਤੇ ਕਹਿੰਦੇ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ, ਜਿਨ੍ਹਾਂ ਕੋਲ ਲੱਖਾਂ ਕਰੋੜਾਂ ਰੁਪਈਆ ਸੀ, ਜਿਹੜੇ ਮਾਇਆ ਦੇ ਵਿੱਚ ਸੁਰਤ ਆਪਣੀ ਗੱਡ ਕੇ, ਆਪਣੇ ਮਨੋਰਥ ਨੂੰ ਭੁਲਾ ਕਰਕੇ ਆਪਣਾ ਜੀਵਨ ਜਿਹੜਾ ਹੈ ਗਾਫਲਾਂ ਵਾਲਾ ਬਤੀਤ ਕਰ ਰਹੇ ਸੀ, ਸਾਕਤਾਂ ਵਾਲਾ ਬਤੀਤ ਕਰ ਰਹੇ ਸੀ। ਕਹਿੰਦੇ ਨੇ ਇਸ ਸੰਸਾਰ ਦੇ ਵਿੱਚੋਂ ਚਲੇ ਗਏ, ਕੁਝ ਵੀ ਨਹੀਂ ਨਾਲ ਉਹਨਾਂ ਦੇ ਗਿਆ। ਫਿਰ ਅੱਗੇ ਕਹਿੰਦੇ ਨੇ ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਲਾਏ, ਇਹ ਤਨ ਤੇ ਜਾਣਾ ਵਾ ਪਰ ਇਹਨੂੰ ਕਿਸੇ ਸੁਚੱਜੇ ਮਾਰਗ ਤੇ, ਚੰਗੇ ਮਾਰਗ ਤੇ ਲਾ। ਕਿਹੜੇ ਮਾਰਗ ਤੇ ਲਾ? ਕਹਿੰਦੇ ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਕਹਿੰਦੇ ਸਾਧ ਪੁਰਸ਼ ਦੀ ਸੰਗਤ ਕਰੋ। ਹੁਣ ਸਾਧ ਕਿਹੜਾ? ਕਬੀਰ ਦਾ ਸਾਧੂ ਕਿਹੜਾ ਸੀ? ਕਬੀਰ ਸਾਹਿਬ ਜੀ ਤੇ ਕਹਿੰਦੇ ਕਬੀਰ ਬਾਹਮਣ ਜਗਤ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾਏ। ਕਬੀਰ ਸਾਹਿਬ ਜੀ ਦਾ ਸਾਧ ਤੇ ਕੇਵਲ ਗਿਆਨ ਹੈ, ਕੇਵਲ ਗੁਰੂ ਹੈ। ਇਸ ਕਰਕੇ ਅਸੀਂ ਵੀ ਕਿਸੇ ਸਾਧ ਨੂੰ ਲੱਭਣ ਵਾਸਤੇ ਨਹੀਂ ਤੁਰੇ ਫਿਰਨਾ। ਸਾਡੇ ਵਾਸਤੇ ਸਾਧ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ, ਸੰਤ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ। ਇਹ ਜਿੰਨੀਆਂ ਵੀ ਅਵਸਥਾਵਾਂ ਨੇ ਇਹ ਰੱਬ ਜੀ ਦੇ ਗੁਣਾਂ ਨਾਲ ਅਭੇਦ ਹੋਏ ਪ੍ਰਾਣੀ ਦੀਆਂ ਬਿਆਨ ਕੀਤੀਆਂ ਹਨ, ਤੇ ਉਹ ਸਾਰੀਆਂ ਅਵਸਥਾਵਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜ ਕੇ ਪ੍ਰਾਪਤ ਹੋ ਸਕਦੀਆਂ ਹਨ। ਸੋ ਬਾਬਾ ਕਬੀਰ ਸਾਹਿਬ ਜੀ ਕਹਿ ਰਿਹਾ ਕਿ ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਵੈਸੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਸੇ ਮਨੁੱਖ ਦੀ ਟੇਕ ਤੇ ਤੂੰ ਲੈਣੀ ਨਹੀਂ, ਤੂੰ ਰੱਬ ਦੀ ਟੇਕ ਲੈਣੀ ਆ, ਗੁਰੂ ਦੀ ਟੇਕ ਲੈਣੀ ਆ। ਮਾਨੁ ਕੀ ਟੇਕ ਬਿਰਤੀ ਸ਼ਬਦ ਜਾਨ ਦੇਵਨ ਕਉ, ਇੱਕ ਹੈ ਭਗਵਾਨ। ਅੱਜ ਬੰਦਾ ਮਨੁੱਖਾਂ ਨੂੰ ਸਾਧ ਸਮਝ ਕੇ, ਬ੍ਰਹਮ ਗਿਆਨੀ ਸਮਝ ਕੇ, ਗੁਰੂ ਨਾਲੋਂ ਕਿਤੇ ਵੱਧ ਉਹਨਾਂ ਦੇ ਉੱਤੇ ਸ਼ਰਧਾ ਪ੍ਰਗਟਾ ਕਰਕੇ ਉਹਨਾਂ ਦੇ ਅਨੁਸਾਰ ਚੱਲ ਰਿਹਾ, ਜੀਵਨ ਜਿਉ ਰਿਹਾ ਵਾ। ਤੇ ਮੈਂ ਇਹ ਵੀ ਗੱਲ ਕਹਿ ਦਿਆਂ ਵੀ ਹੋਣਗੇ ਅੱਜ ਜੇ ਸਾਧ, ਹੋਣਗੇ ਜੇ ਅੱਜ ਬ੍ਰਹਮ ਗਿਆਨੀ, ਉਹ ਕਦੇ ਵੀ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੁੱਲ ਬਰਾਬਰ ਗੱਦੀ ਤੇ ਆਸਣ ਲਾ ਕਰਕੇ ਕਦੇ ਆਪਣੀ ਪੂਜਾ ਨਹੀਂ ਕਰਵਾਉਣਗੇ। ਬਾਬਾ ਬੁੱਢਾ ਸਾਹਿਬ ਜੀ ਦੀ ਅਵਸਥਾ ਕਿਤੇ ਘੱਟ ਸੀ ਬ੍ਰਹਮ ਗਿਆਨੀਆਂ ਨਾਲੋਂ? ਕਦੇ ਉਹਨਾਂ ਨੇ ਕਿਸੇ ਸਿੱਖ ਤੋਂ ਮੱਥਾ ਟਿਕਾਇਆ ਹੋਵੇ? ਕਦੇ ਗੁਰੂ ਬਣ ਕੇ ਕਿਸੇ ਸਿੱਖ ਨੂੰ ਉਹਨਾਂ ਨੇ ਉਪਦੇਸ਼ ਦਿੱਤਾ ਹੋਵੇ? ਕਦੇ ਉਹਨਾਂ ਨੇ ਗੁਰੂ ਬਣ ਕੇ ਕੋਈ ਸਿੱਖ ਦਾ ਮਾਰਗਦਰਸ਼ਨ ਕੀਤਾ ਹੋਵੇ? ਇਹ ਗੱਲ ਵੱਖਰੀ ਹੈ ਵੀ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ, ਉਹਨਾਂ ਦੇ ਸਿੱਖੀ ਨੂੰ ਪੜ੍ਹ ਕੇ ਆਪਾਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ, ਪਰ ਉਹਨਾਂ ਨੇ ਨਹੀਂ ਕਦੇ ਗੱਦੀ ਵੱਖਰੀ ਲਾ ਕਰਕੇ, ਸਿੰਘਾਸਣ ਉੱਤੇ ਚੌਰ ਝੁਲਾ ਕਰਕੇ ਆਪਣੀ ਪੂਜਾ ਜਾਂ ਆਪਣਾ ਉਪਦੇਸ਼ ਆਪਣੇ ਵੱਲੋਂ ਦੇ ਕੇ ਕਿਸੇ ਸਿੱਖ ਨੂੰ ਰਸਤੇ ਤੇ ਪਾਇਆ ਹੋਵੇ। ਐਸਾ ਤਾਂ ਨਹੀਂ ਪੜ੍ਹਨ ਸੁਣਨ ਨੂੰ ਮਿਲਦਾ। ਪਰ ਅੱਜ ਦੇ ਸਾਧ ਬੜੇ, ਹੁਣ ਇੱਥੇ ਕਿਹੜੇ ਸਾਧ ਦੀ ਗੱਲ ਕੀਤੀ? ਗੁਰੂ ਰੂਪੀ ਸਾਧ ਦੀ। ਕਹਿੰਦੇ ਗੁਰੂ ਰੂਪੀ ਸਾਧ ਦੀ ਸੰਗਤ ਕਰ, ਹਰੀ ਪ੍ਰਭੂ ਦੇ ਗੁਣ ਗਾ। ਤਨ ਨੇ ਤੇ ਇੱਕ ਦਿਨ ਨਾਸ਼ ਹੋਣਾ, ਜਿੱਦਣ ਤੇਰੇ ਮਨ ਵਿੱਚ ਰੱਬ ਜੀ ਦੇ ਗੁਣ ਵਸ ਗਏ, ਮਾਇਆ ਦੇ ਬੰਧਨ ਵੀ ਕੱਟੇ ਜਾਣਗੇ ਤੇ ਤੇਰੇ ਕਰਮ ਵੀ ਨਿਰਮਲ ਹੋ ਜਾਣਗੇ, ਤੇਰਾ ਜੀਵਨ ਵੀ ਨਿਰਮਲ ਹੋ ਜਾਏਗਾ। ਇੰਨੇ ਕਰਮ ਤੇਰੇ ਮਹਾਨ ਹੋਣਗੇ, ਇੰਨਾ ਜੀਵਨ ਤੇਰਾ ਮਹਾਨ ਹੋਵੇਗਾ, ਤਨ ਤੇ ਸੰਸਾਰ ਦੇ ਵਿੱਚ ਨਹੀਂ ਹੋਵੇਗਾ। ਫਿਰ ਤੇਰੇ ਕਰਮਾਂ ਦੀ ਚਰਚਾ ਸੰਸਾਰ ਦੇ ਵਿੱਚ ਤੇਰੇ ਜਾਣ ਤੋਂ ਬਾਅਦ ਵਿੱਚ ਵੀ ਹੋਏਗੀ, ਜੇ ਤੂੰ ਮਨ ਵਿੱਚ ਗੁਰੂ ਨੂੰ ਵਸਾ ਲਏਗਾ। ਹੁਣ ਵੇਖੋ ਪ੍ਰੋਫੈਸਰ ਪੂਰਨ ਸਿੰਘ ਜੀ, ਭਗਤ ਪੂਰਨ ਸਿੰਘ ਜੀ ਹੋਏ ਨੇ। ਬਗਾਨੀ ਸਰਕਾਰ ਹੈ, ਅੰਗਰੇਜ਼ ਸਰਕਾਰ ਦੇ ਰਾਜ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੇ ਬਾ ਕਮਾਲ ਜੀਵਨ ਜਿਉਇਆ ਹੈ। ਐਸੀ ਮਹਾਨ ਸੰਸਥਾ ਖੜੀ ਕਰ ਦਿੱਤੀ ਪਿੰਗਲਿਆਂ ਦਾ, ਆਪਣੀਆਂ ਮੋਢਿਆਂ ਦੇ ਉੱਤੇ ਧਰ ਕੇ ਉਹਨਾਂ ਦਾ ਭਾਰ ਚੁੱਕਣਾ, ਉਹਨਾਂ ਦਾ ਗੰਦ ਸਾਫ਼ ਕਰਨਾ, ਉਹਨਾਂ ਪਿੰਗਲੇ ਲੋਕਾਂ ਨੂੰ ਸੰਭਾਲਣਾ, ਉਹਨਾਂ ਦੀ ਸੇਵਾ ਕਰਨੀ। ਸਾਰਾ ਜੀਵਨ ਹੀ ਉਹਨਾਂ ਨੇ ਲੰਗੜੇ, ਲੂਲੇ, ਗੂੰਗੇ, ਪਿੰਗਲੇ ਤੇ ਕੋੜੀ ਇਹਨਾਂ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤਾ।
ਤੇ ਬਗਾਨੀ ਸਰਕਾਰ ਦੇ ਵਿੱਚ ਇੱਕ ਸੰਸਥਾ ਮਹਾਨ ਉੱਚੀ ਖੜੀ ਕਰ ਦਿੱਤੀ। ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਕਿੰਨੀ ਪੰਥ ਨੂੰ ਦੇਣ ਨੇ ਉਹਨਾਂ ਦੀ, ਭਾਵੇਂ ਤਨ ਕਰਕੇ ਉਹ ਸਾਡੇ ਵਿੱਚ ਨਹੀਂ। ਗਿਆਨੀ ਦਿੱਤ ਸਿੰਘ ਜੀ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ, ਪੜ੍ਹੋ ਤੇ ਸਹੀ ਇਹਨਾਂ ਦੇ ਜੀਵਨ ਨੂੰ। ਭਾਈ ਕਾਹਨ ਸਿੰਘ ਜੀ ਨਾਭਾ ਵਰਗੇ, ਤਨ ਤੇ ਉਹਨਾਂ ਦਾ ਅੱਜ ਸਾਡੇ ਕੋਲ ਨਹੀਂ, ਪਰ ਮਨ ਦੇ ਵਿੱਚ ਗੁਰੂ ਨੂੰ ਵਸਾ ਕੇ ਜੋ ਸਚਿਆਰ ਬਣ ਕੇ ਜੋ ਜੀਵਨ ਜਿਉਇਆ ਹੈ ਨਾ, ਅੱਜ ਵੀ ਆਪਾਂ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਉਹਦੇ ਵਿੱਚੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਵਾਰਨ ਦਾ, ਗੁਰੂ ਦੇ ਮਾਰਗ ਤੇ ਤੁਰਨ ਦਾ ਯਤਨ ਕਰਦੇ ਹਾਂ। ਉਹਨਾਂ ਦਾ ਜੀਵਨ ਐਸਾ ਮਹਾਨ ਹੈ, ਉਹਨਾਂ ਦੇ ਕਾਰਨਾਮੇ ਐਸੇ ਨੇ, ਸਾਨੂੰ ਉਸ ਪਾਸੇ ਤੁਰਨ ਲਈ ਮਜਬੂਰ ਕਰਦੇ ਆ। ਸੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਜੇ ਕਿਤੇ ਆਪਣੇ ਮਨ ਵਿੱਚ ਗੁਰੂ ਦੀ ਸਿੱਖਿਆ, ਇਸ ਨਾਮ ਨੂੰ, ਰੱਬੀ ਗੁਣਾ ਨੂੰ ਤੂੰ ਵਸਾ ਲਵੇਂ, ਮਨ ਵਿੱਚ ਟਿਕਾ ਲਵੇਂ, ਤੇ ਕਹਿੰਦੇ ਤੂੰ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੋ ਸਕਦਾ ਹੈ। ਤੂੰ ਅੰਜਨ ਵਿੱਚ ਰਹਿ ਕੇ ਉਸ ਨਿਰੰਜਨ ਨੂੰ ਪਾ ਸਕਦਾ ਵਾ। ਅੰਜਨ ਮਾਹੀ ਨਿਰੰਜਨ ਰਹੀਏ, ਜੋਗ ਜੁਗਤ ਇਵ ਭਾਈਐ। ਜੋਗੀਆਂ ਨੂੰ ਕਿਹਾ ਸੀ ਗੁਰੂ ਪਾਤਸ਼ਾਹ ਜੀ ਨੇ ਵੀ ਜੋਗੀਓ, ਕੰਨਾਂ ਵਿੱਚ ਮੁੰਦਰਾ ਪਾ ਕੇ, ਗੋਦੜੀ ਹੱਥ ਵਿੱਚ ਫੜ ਕੇ, ਸਵਾਹ ਤਨ ਤੇ ਲਾ ਕਰਕੇ, ਡੰਡਾ ਪਕੜ ਕਰਕੇ, ਪਰਿਵਾਰ ਦਾ ਤਿਆਗ ਕਰਕੇ, ਜੰਗਲਾਂ ਬਿਆਮਾਂ ਵਿੱਚ ਭਟਕ ਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਰੱਬ ਦੀ ਪ੍ਰਾਪਤੀ ਤਾਂ ਏਕ ਸ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ। ਅੰਜਨ ਮਾਇ ਨਿਰੰਜਨ ਰਹੀਏ, ਜੋ ਜੁਗਤ ਹੋਈ। ਵੀ ਅੰਜਨ ਦੇ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਮਾਇਆ ਵਿੱਚ ਰਹਿ ਕੇ, ਗੁਰੂ ਦੀ ਸਿੱਖਿਆ ਦੀ ਕਮਾਈ ਕਰਕੇ ਰੱਬ ਨੂੰ ਪਾਉਣਾ ਵਾ। ਤੇ ਸੂਰਮਾ ਹੀ ਉਹ ਹੈ ਜਿਹੜਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਇਹਨਾਂ ਵਿਕਾਰਾਂ ਦੇ ਨਾਲ ਦੋ ਹੱਥ ਕਰਦਾ ਹੋਇਆ, ਜੂਝਦਾ ਹੋਇਆ, ਇਹਨਾਂ ਦੇ ਉੱਤੇ ਫਤਿਹ ਹਾਸਲ ਕਰਦਾ ਹੈ, ਇਹਨਾਂ ਦੇ ਅਧੀਨ ਨਹੀਂ ਹੁੰਦਾ। ਤੇ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਦੇ ਮਨ ਵਿੱਚ ਗੁਰੂ ਦਾ ਸ਼ਬਦ ਵੱਜ ਜਾਂਦਾ ਵਾ, ਉਹ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਦੀ ਕਾਲਖ ਤੋਂ ਨਿਰਲੇਪ ਹੋ ਕੇ ਸੁਚੱਜਾ ਜੀਵਨ ਜਿਉਂ ਕਰਕੇ ਰੱਬ ਦੇ ਘਰ ਪਹੁੰਚ ਜਾਂਦਾ ਵਾ, ਸਚਿਆਰ ਬਣ ਜਾਂਦਾ ਵਾ। ਮੇਨ ਮਕਸਦ ਇਸ ਬਾਣੀ ਦਾ ਸਚਿਆਰ ਬਣਾਉਣਾ ਵਾ। ਫਿਰ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ, ਮੰਨੀ ਕੀ ਗਦ ਕਹੀ ਨਾ ਜਾਏ। ਹੁਣ ਇਹ ਇੱਥੇ ਮੰਮਾ ਨੰਨਾ ਉੱਤੇ ਇੱਕ ਲਾਂ, ਦੋ ਲਾਵਾਂ ਨਹੀਂ ਨੇ, ਇੱਕ ਲਾਂ ਆ। ਇੱਥੇ ਮੰਨੇ ਆਇਆ ਤੇ ਦੂਜੀਆਂ ਜਿਹੜੀਆਂ ਤਿੰਨ ਪੌੜੀਆਂ ਨੇ ਉਹਦੇ ਵਿੱਚ ਮੰਨੇ ਆਇਆ ਵਾ। ਇਹਨਾਂ ਵਿੱਚ ਫਰਕ ਆ। ਇਹਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਜਿਹਨੇ ਮੰਨ ਲਿਆ ਵਾ, ਜਿਹਨੇ ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਟਿਕਾ ਲਿਆ ਵਾ, ਮੰਨੇ ਕੀ ਗਤ ਕਹੀ ਨਾ ਜਾਏ, ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤੇ ਜਿਹੜੀਆਂ ਦੂਜੀਆਂ ਪੰਕਤੀਆਂ ਹੁੰਦੀਆਂ, ਮੰਨੇ ਦਾ ਅਰਥ ਹੈ ਜੇ ਕੋਈ ਮੰਨ ਲਵੇ, ਜੇ ਕੋਈ ਸਵੀਕਾਰ ਕਰ ਲਵੇ। ਉਤਲੀ ਪਹਿਲੀ ਪੌੜੀ ਦੇ ਵਿੱਚ ਜਿਹਨੇ ਮੰਨ ਲਿਆ ਵਾ, ਜਿਹਨੇ ਸਵੀਕਾਰ ਕਰ ਲਿਆ ਵਾ, ਜਿਹਨੇ ਗੁਰੂ ਕੇ ਬਚਨਾਂ ਨੂੰ ਧਾਰਨ ਕਰ ਲਿਆ ਵਾ, ਮੰਨਣ ਵਿੱਚ ਲੈ ਆਂਦਾ ਵਾ, ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕਿਉਂ ਉਹਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ? ਕਿਉਂਕਿ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਵਾ, ਤੇ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਪਰਮੇਸ਼ਰ ਦੇ ਗੁਣਾਂ ਦਾ ਪਾਰਾਵਾਰ ਨਹੀਂ ਕੋਈ ਪਾ ਸਕਦਾ, ਤੇ ਉਸ ਦੇ ਨਾਲ ਜੁੜੇ ਹੋਏ ਇਨਸਾਨ ਦੀ ਅਵਸਥਾ ਨੂੰ ਵੀ ਕੋਈ ਨਹੀਂ ਬਿਆਨ ਕਰ ਸਕਦਾ। ਜਦੋਂ ਅਵਸਥਾ ਸ਼ਬਦ ਆਉਂਦਾ ਹੈ ਨਾ, ਆਪਣੇ ਮਨ ਦੇ ਵਿੱਚ ਇਹਦੇ ਬਾਰੇ ਵੀ ਕਈ ਤਰ੍ਹਾਂ ਦੇ ਖਿਆਲ ਜਨਮ ਲੈਂਦੇ ਆ। ਜਿਵੇਂ ਜੀ ਫਲਾਣੇ ਬੰਦੇ ਦੀ ਅਵਸਥਾ ਜੀ 3-3 ਘੰਟੇ ਅੱਖਾਂ ਹੀ ਨਹੀਂ ਖੋਲਦਾ, ਬੜਾ ਉਹ ਨਾਮ ਜਪਦਾ ਹੈ, ਬੜੀਆਂ ਮਾਲਾਂ, ਬੜੀ ਗਿਣਤੀ ਉਹਦੀ, ਇੰਨੇ ਮਣਕੇ ਘੁਮਾ ਦਿੰਦਾ। ਇਹ ਅਵਸਥਾ ਨਾ। ਅਵਸਥਾ ਦਾ ਭਾਵ ਕੀ ਹੈ? ਅਵਸਥਾ ਦਾ ਅਰਥ ਹੈ ਵੀ ਸਬਰ, ਸੰਤੋਖ, ਦਇਆ, ਨਿਮਰਤਾ, ਇਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਵਰਤਣ ਵਾਲਾ। ਉਹ ਤੇ ਸਾਨੂੰ ਤਨ ਕਰਕੇ ਦਿਖਾਈ ਦੇ ਰਿਹਾ ਨਾ, ਵੀ ਤਨ ਕਰਕੇ ਉਹਨੇ ਅੱਖਾਂ ਮੀਟੀਆਂ ਹੋਈਆਂ ਨੇ, ਸਮਾਧੀ ਲਾ ਕੇ ਬੈਠਾ ਹੋਇਆ, ਤਨ ਕਰਕੇ ਉਹਨੇ ਦੋ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲਏ ਆ, ਜਾਂ ਉਹਨੇ ਮੂਲ ਮੰਤਰ ਦੇ 50 ਵਾਰੀ ਪਾਠ ਕਰ ਲਏ ਆ, ਜਾਂ 100 ਵਾਰੀ ਉਹਨੇ ਪਾਠ ਕਰ ਲਿਆ, ਜਾਂ 50 ਵਾਲਾ ਫੇਰ ਲਈਆਂ। ਤਨ ਕਰਕੇ ਸਾਨੂੰ ਨਜ਼ਰ ਹੀ ਆ ਰਿਹਾ, ਨਿਰਭਉ ਹੋ ਸਕਿਆ, ਨਿਰਵੈਰ, ਅੰਦਰ ਦੀ ਅਵਸਥਾ ਤਬਦੀਲ ਹੋ ਸਕੀ, ਦਇਆਲੂ ਬਣ ਸਕਿਆ, ਪਰਉਪਕਾਰੀ ਜੀਵਨ ਜਿਉਣ ਵਾਲਾ। ਆਹ ਅਵਸਥਾ ਗੁਰੂ ਨੇ ਬਿਆਨ ਕੀਤੀ ਹੈ। ਇਸ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਹੋ ਸਕਦਾ ਹੈ ਵੀ
ਜਿੰਨੇ ਇੰਨੀਆਂ ਵਾਲਾਂ ਫੇਰ ਲਈਆਂ, ਇੰਨੇ ਗਿਣਤੀ ਦੇ ਪਾਠ ਕਰ ਲੈ, ਹੋ ਸਕਦਾ ਹੈ ਉਹ ਨਿਰਵੈਰ ਹੀ ਨਾ ਅਜੇ ਤੱਕ ਬਣਿਆ ਹੋਵੇ। ਅੱਜ ਤੇ ਬੰਦਾ ਜੇ ਮੇਰੀ ਜਥੇਬੰਦੀ ਦਾ ਜਿਹੋ ਜਿਹਾ ਮੈਂ ਪਹਿਰਾਵਾ ਪਹਿਨਿਆ ਵਾਂ, ਮੇਰੀ ਜਥੇਬੰਦੀ ਦਾ ਕੋਈ ਮੈਨੂੰ ਮਿਲ ਗਿਆ ਮੇਰੇ ਪਹਿਰਾਵੇ ਵਾਲਾ, ਮੇਰੇ ਵਾਂਗੂ ਜੀਵਨ ਜਿਉਣ ਵਾਲਾ ਹੈ, ਤੇ ਮੈਂ ਫਤਿਹ ਬੁਲਾਵਾਂਗਾ। ਜੇ ਅਲੈਦਾ ਹੈ ਮੇਰੇ ਤੋਂ, ਮੇਰੀ ਜਥੇਬੰਦੀ ਤੋਂ ਬਾਹਰ ਦਾ ਬੰਦਾ ਵਾ, ਭਾਵੇਂ ਅੰਦਰੋਂ ਕਿੰਨਾ ਗੁਰੂ ਨਾਲ ਜੁੜਿਆ ਹੋਵੇ, ਭਾਵੇਂ ਜਿੰਨੀ ਮਰਜ਼ੀ ਮਰਿਆਦਾ ਦੀ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਾ ਹੋ, ਮੈਂ ਉਹਨੂੰ ਫਤਿਹ ਨਹੀਂ ਬੁਲਾਵਾਂਗਾ। ਐਸਾ ਅੱਜ ਵੇਖਣ ਨੂੰ ਮਿਲਦਾ ਵਾ। ਫਤਿਹ ਨਹੀਂ ਬੁਲਾਉਂਦੇ ਇੱਕ ਦੂਜੇ ਨੂੰ ਬੰਦੇ। ਪਰ ਗੁਰੂ ਜੀ ਦਾ ਹੁਕਮ ਹੈ, ਆਗਿਆ ਆਵਤ ਜੋ ਸਿੰਘ ਪਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਇਹ ਜੀ ਮੇਰੀ ਜਥੇਬੰਦੀ ਦਾ ਨਹੀਂ ਜੀ, ਕਿਉਂਕਿ ਮੇਰਾ ਤੇ ਅੰਮ੍ਰਿਤ ਵੇਲਾ ਇੰਨੇ ਵਜੇ ਤੋਂ ਹੈ, ਅਸੀਂ ਤੇ ਇੰਨਾ ਸਿਮਰਨ ਕਰਦੇ ਹਾਂ। ਇਹ ਬੰਦੇ ਤੇ ਗਏ ਗੁਜਰੇ ਨੇ, ਇਹਦੇ ਤਰਕ ਵਿਤਰਕ ਕਰਨ ਵਾਲੇ ਬੰਦੇ ਆ। ਇਹੋ ਜਿਹੀ ਭਾਵਨਾ ਅੱਜ ਮਨੁੱਖ ਦੇ ਅੰਦਰ ਬਣੀ ਹੋਈ ਹੈ ਧਰਮ ਦਾ ਕਰਮ ਕਰਨ ਵਾਲੇ ਦੀ। ਹੁਣ ਐਸਾ ਬੰਦਾ ਜਦੋਂ ਰਾਤ ਨੂੰ 12-12 ਵਜੇ ਉੱਠ ਕੇ ਅੰਮ੍ਰਿਤ ਵੇਲਾ ਕਰ ਰਿਹਾ ਨਾ, ਆਪਾਂ ਕਹਿ ਦਿੰਦੇ ਇਹਦੀ ਅਵਸਥਾ ਬੜੀ ਉੱਚੀ ਹੈ ਜੀ। ਫਤਿਹ ਬੁਲਾ ਕੇ ਕਿਸੇ ਨੂੰ ਰਾਜੀ ਨਹੀਂ ਉਹ ਬੰਦਾ। ਅੱਗੋਂ ਪ੍ਰੇਮ ਦੀਆਂ ਨਜ਼ਰਾਂ ਨਾਲ, ਨਿਗਾਹਾਂ ਨਾਲ ਕਿਸੇ ਨੂੰ ਵੇਖ ਕੇ ਰਾਜੀ ਨਹੀਂ ਉਹ ਬੰਦਾ। ਇਹ ਕਿਹੜੀ ਅਵਸਥਾ ਹੈ ਜੀ? ਉਹ ਤਨ ਦੀ ਅਵਸਥਾ ਤੇ ਨਜ਼ਰ ਆ ਰਹੀ ਹੈ, ਪਰ ਮਨ ਦੀ ਅਵਸਥਾ ਨਹੀਂ ਅੰਦਰੋਂ ਬਣੀ। ਤੇ ਜਿਹੜਾ ਸੱਚਮੁੱਚ ਉੱਚੀ ਆਤਮਿਕ ਅਵਸਥਾ ਵਾਲਾ ਵਾ, ਉਹਦੀ ਗੁਰੂ ਮਹਾਰਾਜ ਜੀ ਨੇ ਵਿਆਖਿਆ ਆਪਣੀ ਬਾਣੀ ਵਿੱਚ ਕੀਤੀ ਹੈ, ਉਸਤਤ ਮਨ ਮੈਂ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ। ਵੀ ਜਿੱਦਣ ਤੂੰ ਮਨ ਕਰਕੇ ਉਸਤਤ ਕਰੇਗਾ ਨਾ, ਅਜੇ ਤੇ ਤਨ ਹੀ ਤੇਰਾ ਲੋਕ ਵੇਖ ਰਹੇ ਆ, ਚੌਂਕੜਾ ਵੱਜਾ ਹੋਇਆ, ਅੱਖਾਂ ਬੰਦ ਨੇ ਤੇਰੀਆਂ, ਤੂੰ ਜਪ ਰਿਹਾ ਵਾਂ, ਜਾਂ ਤੂੰ ਮਾਲਾ ਫੇਰ ਰਿਹਾ ਵਾਂ, ਜਾਂ ਤੂੰ ਸੇਵਾ ਕਰ ਰਿਹਾ ਵਾਂ, ਤਨ ਦੀ ਅਵਸਥਾ ਤੇ ਲੋਕ ਵੇਖ ਰਹੇ ਆ। ਪਰ ਸੱਜਣਾ, ਜਿੱਦਣ ਮਨ ਵਿੱਚ ਵਸਾ ਕਰਕੇ ਸੱਚ ਦਾ ਵਿਵਹਾਰ ਤੇਰੇ ਜੀਵਨ ਵਿੱਚ ਆ ਗਿਆ ਨਾ, ਸਬਰ ਸੰਤੋਖ ਨਿਮਰਤਾ ਦਇਆ ਦਾ ਧਾਰਣੀ ਤੂੰ ਬਣ ਗਿਆ ਨਾ, ਉਦਣ ਤੇਰੀ ਅਵਸਥਾ ਗੁਰੂ ਘਰ ਦੇ ਵਿੱਚ ਮੰਨੀ ਜਾਣੀ ਆ। ਉਦਣ ਉਸ ਅਵਸਥਾ ਨੂੰ ਆਖਿਆ ਜਾਣਾ, ਮੰਨੇ ਕੀ ਗਤ ਕਹੀ ਨਾ ਜਾਏ। ਉਸਤਤ ਮਨ ਮੈਂ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ। ਸੱਚ ਦਾ ਵਿਹਾਰ ਕਰ, ਮਨ ਵਿੱਚ ਉਸਤਤ, ਮਨ ਵਿੱਚ ਰੱਬੀ ਗੁਣਾਂ ਨੂੰ ਟਿਕਾ। ਫਿਰ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ। ਆ ਉੱਚੀ ਆਤਮਿਕ ਅਵਸਥਾ ਵਾਲੇ ਦੀ ਗੱਲ ਕਰ ਰਹੇ ਗੁਰੂ ਮਹਾਰਾਜ ਜੀ। ਹੁਣ ਜ਼ੁਬਾਨ ਵਿੱਚ ਤੇ ਉਹ ਆਏਗਾ ਜੋ ਬ੍ਰੇਨ ਪਿੱਛੋਂ ਇਹਨੂੰ ਸਪਲਾਈ ਕਰੇਗਾ। ਜ਼ੁਬਾਨ ਜੇ ਸੱਚ ਬ੍ਰੇਨ ਨੇ ਸਪਲਾਈ ਕੀਤਾ ਤੇ ਸੱਚ ਜ਼ੁਬਾਨ ਤੇ ਹੋਵੇਗਾ, ਜੇ ਝੂਠ ਬ੍ਰੇਨ ਨੇ ਸਪਲਾਈ ਕੀਤਾ ਤੇ ਝੂਠ ਜ਼ੁਬਾਨ ਤੇ ਹੋਏਗਾ। ਜੇ ਮਿੱਠੀ ਬੋਲੀ ਬ੍ਰੇਨ ਨੇ ਸਪਲਾਈ ਕੀਤੀ ਤੇ ਜ਼ੁਬਾਨ ਤੇ ਮਿੱਠੀ ਬੋਲੀ ਹੋਵੇਗੀ। ਜੇ ਕੌੜੀ ਬੋਲੀ ਬ੍ਰੇਨ ਨੇ ਸਪਲਾਈ ਕੀਤੀ ਤੇ ਜ਼ੁਬਾਨ ਵਿੱਚ ਕੌੜੇ ਵਚਨ ਹੋਣਗੇ। ਜੋ ਕੁਝ ਭਾਂਡੇ ਵਿੱਚ ਪਿਆ ਉਹ ਬਾਹਰ ਆਏਗਾ ਜੀ, ਜੋ ਕੁਝ ਭਾਂਡੇ ਵਿੱਚ ਆਣਾ ਉਹ ਬਾਹਰ ਆਏਗਾ। ਹੁਣ ਜਿਸ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਸੋਚ ਮੰਡਲ ਇਸ ਸੁਰਤ ਰੂਪੀ ਭਾਂਡੇ ਵਿੱਚ ਟਿਕਾ ਲਿਆ, ਲਾਜ਼ਮ ਇਹ ਗੱਲ ਹੈ ਬਚਨਾਂ ਵਿੱਚ ਵੀ ਉਹ ਆਏਗਾ। ਸੱਚ ਨੂੰ ਟਿਕਾ ਲਿਆ ਤੇ ਸੱਚ ਬਚਨਾਂ ਵਿੱਚ ਹੋਏਗਾ। ਨਿਮਰਤਾ ਨੂੰ ਟਿਕਾ ਲਿਆ, ਨਿਮਰਤਾ ਬੋਲਾਂ ਵਿੱਚ ਹੋਵੇਗੀ। ਸਬਰ ਸੰਤੋਖ ਨੂੰ ਟਿਕਾ ਲਿਆ, ਸਬਰ ਸੰਤੋਖ ਵਾਲਾ ਜੀਵਨ ਹੋਏਗਾ। ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਪੀਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ। ਆਪਣੀਆਂ ਅੱਖਾਂ ਨਾਲ ਇਹ ਨਾ ਵੇਖ ਵੀ ਆ ਮੇਰੀ ਜਥੇਬੰਦੀ ਦਾ ਨਹੀਂ, ਆ ਮੇਰੇ ਜਥੇ ਦਾ ਨਹੀਂ, ਆ ਮੇਰੀ ਕੈਟਾਗਰੀ ਦਾ ਨਹੀਂ। ਜੋਤ ਨੂੰ ਵੇਖ, ਜੋਤ ਨਾਲ ਸਾਂਝ ਪਾ। ਨੈਨੋ ਪੀਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ। ਅੰਦਰ ਦਾ ਮੋਹ ਵਿਕਾਰ ਖਤਮ ਹੋ ਜਾਣਗੇ। ਕਹਿੰਦੇ ਨੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਦਿਨ। ਫਿਰ ਇਹਨਾਂ ਚਰਨਾਂ ਦੇ ਨਾਲ ਸੱਚ ਦੇ ਮਾਰਗ ਤੇ ਤੁਰ, ਸੱਚ ਦੇ ਮਾਰਗ ਦਾ ਪਾਂਦੀ ਬਣ, ਗੋਬਿੰਦ ਦੇ ਮਾਰਗ ਦਾ ਪਾਂਦੀ ਬਣ। ਆਹ ਅਵਸਥਾ ਧਾਰਨ ਕਰ। ਇਸ ਅਵਸਥਾ ਨੂੰ ਗੁਰੂ ਮਹਾਰਾਜ ਜੀ ਨੇ ਆਖਿਆ, ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ। ਤੇ ਫਿਰ ਜਿਹੜਾ ਕੰਮ ਇਹਨਾਂ ਹੱਥਾਂ ਦੇ ਨਾਲ ਚੰਗੇ ਕਰਮ ਕਰਦਾ ਵਾ, ਕੰਨਾਂ ਨਾਲ ਗੁਰੂ ਕੇ ਬਚਨ ਸੁਣਦਾ ਵਾ, ਉਹ ਬਚਨ ਮਨ ਵਿੱਚ ਜਿਹੜੇ ਉਹਨੇ ਧਾਰਨ ਕੀਤੇ ਨੇ, ਉਹ ਉਹਨੂੰ ਚੰਗਾ ਬੋਲਣ ਦੀ ਪ੍ਰੇਰਣਾ ਦਿੰਦੇ ਆ, ਚੰਗਾ ਦੇਖਣ ਦੀ ਪ੍ਰੇਰਣਾ ਦਿੰਦੇ ਆ, ਸੱਚ ਦੇ ਮਾਰਗ ਦੀ ਤੁਰਨ ਦੀ ਪ੍ਰੇਰਣਾ ਦਿੰਦੇ ਆ, ਹੱਥਾਂ ਨਾਲ ਚੰਗੇ ਕਰਮ ਕਰਨ ਦੀ ਪ੍ਰੇਰਣਾ ਦਿੰਦੇ ਆ। ਤੇ ਐਸੇ ਬੰਦੇ ਦਾ ਮੁਖ ਇਸ ਦਰਗਾਹ ਵਿੱਚ ਵੀ ਉਜਲਾ ਹੁੰਦਾ, ਅੱਗੇ ਵੀ ਉਜਲਾ ਹੁੰਦਾ। ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ। ਐਸੀ ਅਵਸਥਾ ਨੂੰ ਗੁਰੂ ਮਹਾਰਾਜ ਜੀ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ। ਮੰਨੇ ਕੀ ਗਤ ਗਤ ਮੰਨੇ ਅਵਸਥਾ।
ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ। ਜੇ ਮੇਰੇ ਵਰਗਾ ਅੱਧੇ ਅਧੂਰੇ ਗਿਆਨ ਵਾਲਾ ਐਸੀ ਅਵਸਥਾ ਨੂੰ ਬਿਆਨ ਕਰੇਗਾ ਨਾ, ਪਛਤਾਵੇਗਾ, ਹਾਏ ਮੈਂ ਆਹ ਨਹੀਂ ਕਹਿ ਕੇ ਆਇਆ। ਮੈਂ ਬਾਬਾ ਬੁੱਢਾ ਜੀ ਦਾ ਜੀਵਨ ਪੜ੍ਹ ਰਿਹਾ ਸੀ, ਵਿਚਾਰ ਰਿਹਾ ਸੀ, ਮੈਂ ਆਹ ਨਹੀਂ ਬੋਲ ਕੇ ਆਇਆ। ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਣ ਗਾਣ ਸੰਗਤਾਂ ਨੂੰ ਸੁਣਾ ਰਿਹਾ ਸੀ, ਆਹ ਘਟਨਾ ਤੇ ਮੈਂ ਭੁੱਲ ਹੀ ਆਇਆ। ਆਹ ਬਚਨ ਤੇ ਮੈਂ ਕਹਿ ਕੇ ਨਹੀਂ ਆਇਆ। ਆਹ ਬਚਨ ਮੈਨੂੰ ਗੁਰੂ ਮਹਾਰਾਜ ਜੀ ਦੇ ਗੁਣ ਦੱਸਣੇ ਚਾਹੀਦੇ ਸਨ। ਜੇ ਕੋ ਕਹਿ ਪਿੱਛੇ ਪਛਤਾਏ। ਅੱਗੇ ਕਹਿੰਦੇ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ। ਕੋਈ ਕਾਗਜ਼ ਦੇ ਉੱਤੇ ਨਹੀਂ ਲਿਖ ਸਕਦਾ। ਹੋਰ ਵੀ ਮੇਰੇ ਕੋਲ ਇਕੱਲੇ ਕੋਲ ਉੱਚੀ ਆਤਮਿਕ ਅਵਸਥਾ ਵਾਲੇ ਦੇ ਗੁਣ ਬਿਆਨ ਨਹੀਂ ਹੋ ਸਕਦੇ, ਮੈਂ ਪੂਰਾ ਨਹੀਂ ਲਿਖ ਸਕਦਾ। ਆਓ ਵੀ ਆਪਾਂ ਵਿਚਾਰ ਕਰਕੇ ਲਿਖ ਲਈਏ। ਹੁਣ ਵੇਖੋ 35 ਮਹਾਂਪੁਰਖਾਂ ਦੀ ਬਾਣੀ ਹੈ। 35 ਮਹਾਂਪੁਰਖਾਂ ਨੇ ਇਹੀ ਆਖਿਆ ਹੈ ਵੀ ਮਾਲਕ ਵਾਹਿਗੁਰੂ ਜੀ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਪਾ ਸਕਦਾ। ਕਿਸੇ ਵੀ ਮਹਾਂਪੁਰਖ ਨੇ ਜਾਂ ਰਲ ਕੇ ਉਹਨਾਂ ਨੇ ਨਹੀਂ ਆਖਿਆ ਵੀ ਅਸੀਂ ਅੰਤ ਪਾ ਲਿਆ ਵਾ। ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਹੇ ਜਾਏ। ਇਹੀ ਲਿਖਿਆ ਬਾਣੀ ਦੇ ਵਿੱਚ। 35 ਮਹਾਂਪੁਰਖਾਂ ਨੇ ਵਿਚਾਰ ਹੀ ਕੀਤੀ ਹੈ ਨਾ ਰੱਬ ਜੀ ਦੇ ਗੁਣਾਂ ਦੀ, ਪਰ ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਵੀ ਉਹਦਾ ਅੰਤ ਪੈ ਗਿਆ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ। ਕਿਸੇ ਕਾਗਜ਼ ਦੇ ਉੱਤੇ ਜਾਂ ਬਹੁਤ ਸਾਰੇ ਮਿਲ ਕੇ ਵਿਚਾਰ ਕਰਕੇ ਉੱਚੀ ਆਤਮਿਕ ਅਵਸਥਾ ਨੂੰ ਕੋਈ ਲਿਖਣ ਦਾ ਯਤਨ ਕਰੇ, ਬਿਆਨ ਕਰਨ ਦਾ ਯਤਨ ਕਰੇ, ਕਹਿੰਦੇ ਨਹੀਂ ਲਿਖ ਸਕਦੇ। ਉਹ ਅਵਸਥਾ ਹੀ ਐਸੀ ਹੈ ਕਿਉਂਕਿ ਰੱਬ ਦੇ ਵਿੱਚ ਉਹ ਭੇਦ ਹੋ ਗਿਆ। ਬੰਦਾ ਮੰਨਣ ਵਾਲਾ ਤੇ ਰੱਬ ਬੇਅੰਤ ਹੈ, ਉਹ ਵੀ ਬੇਅੰਤ ਹੋ ਗਿਆ, ਉਹਦੀ ਅਵਸਥਾ ਵੀ ਉੱਚੀ ਹੋ ਗਈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਇਹ ਨਾਮ ਜੋ ਮਾਇਆ ਦੀ ਕਾਲਕ ਤੋਂ ਰਹਿਤ ਰੱਖਣ ਵਾਲਾ ਰਹਿਤ ਹੈ, ਕਹਿੰਦੇ ਇਹ ਮਨ ਵਿੱਚ ਤੂੰ ਟਿਕਾ ਲਵੇਂ। ਕਹਿੰਦੇ ਤੂੰ ਵੀ ਮਾਇਆ ਵਿੱਚ ਰਹਿੰਦਾ ਆ ਮਾਇਆ ਦੀ ਕਾਲਕ ਤੋਂ ਨਿਰਲੇਪ ਹੋ ਕੇ ਰੱਬ ਤੱਕ ਪਹੁੰਚ ਸਕਦਾ ਹੈ, ਸਚਿਆਰ ਹੋ ਸਕਦਾ ਹੈ। ਸੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਕੇ ਬਚਨਾਂ ਨੂੰ ਮਨ ਵਿੱਚ ਟਿਕਾ, ਧਾਰਨ ਕਰ, ਗੁਰੂ ਦੀ ਸਿੱਖਿਆ ਸੁਣ ਸਮਝ ਕੇ ਜੀਵਨ ਵਿੱਚ ਉਹਨੂੰ ਲੈ ਕੇ ਆ, ਸਚਿਆਰ ਬਣ ਜਾਏਗਾ, ਰੱਬ ਦਾ ਰੂਪ ਹੋ ਜਾਏਗਾ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਭੁੱਲਾਂ ਗਲਤੀਆਂ ਦੀ ਖਿਮਾ ਪ੍ਰਵਾਨ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।